Praise God. परमेश्वर की बुराई होए। Firstly, before I speak, I just want to say thank you for the opportunity to share with you all for this short time, and praise God for this moment that we're going to share together right now. ਇਸ ਤੋਂ ਪਹਿਲਾਂ ਕਿ ਮੈਂ ਕੁਝ ਸਾਂਝਾ ਕਰਾਂ ਬੱਚਿਆਂ ਦੇ ਵਿੱਚੋਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਔਰ ਇਸ ਅਪੋਰਚੁਨਿਟੀ ਲਈ ਜੋ ਖੁਦਾ ਨੇ ਤੁਹਾਡੇ ਸਾਹਮਣੇ ਇਸ ਨੂੰ ਸਾਂਝਾ ਕਰਨ ਦੇ ਲਈ ਮੇਰੇ ਕੋਲ Amen. So, I've got a question for all of you. ਤੇ ਮੇਰੇ ਕੋਲ ਇੱਕ ਸਵਾਲ ਹੈ ਤੁਹਾਡੇ ਸਾਰਿਆਂ ਦੇ ਲਈ Who here wants to grow in the favor of God? ਤੇ ਕੌਣ ਇੱਥੇ ਚਾਹੁੰਦਾ ਜੋ ਪਰਮੇਸ਼ਰ ਦੀ ਫੇਵਰ Anyone? Hands up if you want to. ਜੇ ਕੋਈ ਪਰਮੇਸ਼ਰ ਦਾ ਅਨੁਗ੍ਰਹਿ ਪਾਉਣਾ ਚਾਹੁੰਦਾ ਫੇਵਰ ਪਾਉਣਾ ਚਾਹੁੰਦਾ Amen. That's everyone here, correct? ਤੇ ਹਰ ਇੱਕ ਜਣ ਇੱਥੇ ਹੈ Lovely. ਤੇ ਬਹੁਤ ਵਧੀਆ ਬਹੁਤ ਸੋਹਣੀ ਚੀਜ਼ ਹੈ So, God has given us the opportunity to further our relationship with Him. ਤੇ ਪਰਮੇਸ਼ਰ ਨੇ ਆਪਾਂ ਸਾਰਿਆਂ ਨੂੰ ਕਿਹਾ ਇੱਕ ਅਪੋਰਚੁਨਿਟੀ ਮੌਕੇ ਦਿੱਤੇ ਉਹਦੇ ਨਾਲ ਆਪਣੇ ਰਿਸ਼ਤੇ ਨੂੰ ਭਲਾ ਕਰਨ ਦੇ ਲਈ ਚੰਗਾ ਕਰਨ ਦੇ ਲਈ Every day you wake up is a blessing. ਤੇ ਜਿੱਦਾਂ ਆਪਾਂ ਹਰ ਰੋਜ਼ ਖੜੇ ਹੋ ਜਾਂਦੇ ਹਾਂ ਇੱਕ ਆਸ਼ੀਸ਼ ਹੈ Every breath that you take in is a blessing. ਹਰ ਸਾਹ ਜੋ ਆਪਾਂ ਅੰਦਰ ਲੈਂਦੇ ਹਾਂ ਉਹ ਵੀ ਇੱਕ ਬਰਕਤ ਆਪਣੇ ਲਈ ਆਸ਼ੀਸ਼ ਹੈ God gives us life, and we need to make the most of our life in every way and every day that we can. ਖੁਦਾ ਨੇ ਆਪਾਂ ਨੂੰ ਇਹ ਜ਼ਿੰਦਗੀ ਦਿੱਤੀ ਹੈ ਤਾਂ ਆਪਣੇ ਲਈ ਜ਼ਰੂਰੀ ਹੈ ਕਿ ਇਹਦਾ ਸਭ ਤੋਂ ਬੈਸਟ ਹਰ ਚੀਜ਼ ਹਰ ਮੌਕੇ ਦੇ ਵਿੱਚ ਜੀਣਾ So I'm going to go into one aspect that we can maybe utilize to further our relationship with God. ਤੇ ਮੈਂ ਇੱਕ ਕਹ ਲਓ ਇੱਕ ਐਸਪੈਕਟ ਇੱਕ ਏਰੀਆ ਜਿਹਦੇ ਵਿੱਚ ਮੈਂ ਜਾਣਨਾ ਚਾਹੂੰਗਾ ਜਿਹਨੂੰ ਅੱਜ ਮੈਂ ਟੱਚ ਕਰਨਾ ਚਾਹੂੰਗਾ ਜਿਹਦੇ ਨਾਲ ਆਪਾਂ ਖੁਦਾ ਦੇ ਨਾਲ ਆਪਣੇ ਰਿਸ਼ਤੇ ਨੂੰ ਬਹੁਤ ਹੀ ਅੱਗੇ ਲੈ ਕੇ ਜਾ ਸਕਦੇ ਹਾਂ And it's an aspect from our mindset. ਤੇ ਉਹ ਇੱਕ ਐਸਾ ਮੁੱਦਾ ਹੈ ਕਹ ਲਓ ਐਸਾ ਏਰੀਆ ਹੈ ਜੋ ਕਿ ਮਾਈਂਡਸੈਟ ਜੋ ਆਪਣੇ ਵਿਚਾਰਧਾਰਾ ਉਹਦੇ ਨਾਲ ਤਾਲੁਕਾਤ ਰੱਖਦਾ ਹੈ And it's a tool and something that this mindset we can use in our in going into 2026. I would encourage you all to try this out. ਤੇ ਮੈਂ ਚਾਹੁੰਦਾ ਕਿ ਆ ਜੋ ਐਸਪੈਕਟ ਹੈ ਨਾ ਇਹ ਤੁਸੀਂ ਉਸ ਇੱਕ ਟੂਲ ਦੇ ਤਰ੍ਹਾਂ ਇੱਕ ਹਥਿਆਰ ਦੇ ਤਰ੍ਹਾਂ ਉਹਨੂੰ ਵਰਤਣਾ ਜਦੋਂ ਆਪਾਂ ਇਸ 26 ਦੇ ਵਿੱਚ ਐਂਟਰ ਕਰਦੇ ਹਾਂ And this is by being expectant and receptive to God. ਤੇ ਆ ਕਿਸ ਤਰ੍ਹਾਂ ਹੋਏਗਾ ਕਿ ਉਮੀਦ ਲਗਾ ਕੇ ਆਸ਼ਾਵਾਨ ਹੋ ਕੇ ਤੇ ਉਹਦੇ ਨਾਲ ਰਿਸੀਵ ਕਰਨਾ ਖੁਦਾ ਤੋਂ To be expectant, to be approaching, to be expectant and to be receptive to God includes active faith. ਆਸ਼ਾਵਾਦੀ ਹੋਣਾ ਤੇ ਉਹਦੇ ਉੱਪਰ ਨਿਗਾਹ ਲਗਾ ਕੇ ਰੱਖਣਾ ਕਿ ਉਸ ਵਿਸ਼ਵਾਸ ਦੇ ਰਾਹੀਂ ਅਸੀਂ ਉਸ ਬਰਕਤ ਨੂੰ ਰਿਸੀਵ ਕਰ ਲਾਂਗੇ ਪਾਵਾਂਗੇ It includes hopeful anticipation. ਤੇ ਇਹਨੂੰ ਜੇ ਮੈਂ ਚੰਗੀ ਤਰ੍ਹਾਂ ਦੱਸਣਾ ਚਾਹਤੇ ਹੋ ਕਿ ਆਸ਼ਾਵਾਦੀ ਹੋ ਕੇ ਇੱਕ ਐਂਟੀਸਿਪੇਟ ਕਰਨਾ ਕਿ ਚਾਹ ਤੋਂ ਵੀ ਜ਼ਿਆਦਾ ਚਾਹ ਕੇ ਉਸ ਚੀਜ਼ ਨੂੰ ਚਾਹਣਾ And it also includes a readiness to receive His guidance. ਤੇ ਨਾਲ ਕਿਹਾ ਇੱਕ ਤਿਆਰੀ ਵੀ ਰੱਖਣਾ ਇੱਕ ਰੈਡੀਨੈਸ ਇੱਕ ਤਿਆਰ ਰਹਿਣਾ ਇੱਕ ਐਕਸਾਈਟਮੈਂਟ ਰੱਖਣੀ ਉਸ ਚੀਜ਼ ਨੂੰ ਰਿਸੀਵ ਕਰਨ ਦੇ ਲਈ ਵੀ And it also includes believing that God has a good plan for you. ਤੇ ਨਾਲ ਦੇ ਨਾਲ ਇਹਦੇ ਇੱਕ ਆ ਚੀਜ਼ ਵੀ ਆਪਾਂ ਨੂੰ ਯਾਦ ਰੱਖਣੀ ਕਿ ਖੁਦਾ ਦੇ ਕੋਲ ਆਪਣੇ ਲਈ ਬੈਸਟ ਪਲਾਨਸ ਹੈਗੇ ਹੈ Amen. Amen. When we have this approach, our whole divine, supernatural, spiritual experience grows even further. ਤੇ ਜਦੋਂ ਆਪਾਂ ਇਹ ਅਪਰੋਚ ਇਹ ਤਰੀਕਾ ਆਪਾਂ ਕਰਾਂਗੇ ਨਾ ਤੇ ਫਿਰ ਇੱਕ ਵੱਖਰਾ ਜੋ ਸੁਪਰਨੈਚੁਰਲ ਜੋ ਪਰਮੇਸ਼ਰ ਦੀਆਂ ਸਵਰਗੀਆਂ ਗੱਲਾਂ ਨੇ ਉਹਨੂੰ ਇੱਕ ਸਮਝ ਦੇ ਲਈ ਆਪਣਾ ਕਿ ਆਪਣੀ ਬੁੱਧ ਖੁੱਲ ਜਾਏਗੀ ਆਪਾਂ ਅੱਗੇ ਵਧਾਂਗੇ ਉਸ ਰਾਹ ਤੇ It even says in Lamentations 3 verse 25. ਤੇ ਜੋ ਵਿਲਾਪ ਗੀਤ ਹੈਗੇ ਆ ਬਾਈਬਲ ਦੇ ਵਿੱਚ ਪੰਜਾਬੀ ਚ ਮੈਨੂੰ ਨਹੀਂ ਪਤਾ ਕੀ ਕਹਿੰਦੇ ਵਿਲਾਪ ਕੇ ਉਹਦਾ 3 ਦਾ 27 ਦੇ ਵਿੱਚ ਲਿਖਿਆ ਹੈ If you want to read this ਤੇ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੇ ਪੜ੍ਹ ਸਕਦੇ ਹੋ ਵਿਲਾਪ ਗੀਤ Lamentations 3 verse 25. It's a short verse. Levian Lamentations ਵਿਲਾਪ ਗੀਤ 3 it's 327 3:25. 3:25 ओके जो यहोवा की बाट जोहते हैं और उसके पास जाते हैं उनके लिए यहोवा भला है So it says, I'll say it in English, you said it, the Lord is good to those who wait for Him. ਤੇ ਲਿਖਿਆ ਕਿ ਜੋ ਉਹਦੀ बाट ਜੋ ਉਹਦੀ ਇੰਤਜ਼ਾਰੀ ਦੇ ਵਿੱਚ ਰਹਿੰਦੇ ਨਾ ਉਹਨਾਂ ਦੇ ਲਈ ਯਹੋਵਾ ਭਲਾ ਹੈ The Lord, and it also goes on to say that the Lord is good to those that the soul who seeks Him. ਤੇ ਪਰਮੇਸ਼ਰ ਉਹਨਾਂ ਦੇ ਲਈ ਵੀ ਭਲਾ ਹੈ ਜੋ ਚਾਹੁੰਦੇ ਉਹਨੂੰ ਦੇਖਣਾ ਤੇ ਦੇਖ
ਕੇ ਅੱਗੇ ਵਧਦੇ ਆ। So you see here in this verse, ਤੇ ਆਪਾਂ ਇਸ ਵਚਨ ਦੇ ਵਿੱਚ ਦੇਖਦੇ ਹਾਂ specifically the soul that seeks him. ਤੇ ਖਾਸ ਕਰਕੇ ਇੱਥੇ ਕਿਹਾ ਉਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਜੋ ਉਹਨੂੰ ਸੀਖ ਕਰਦੇ ਆ, ਜੋ ਉਹਦੀ ਖੋਜ ਕਰਦੇ ਆ, ਉਹਨਾਂ ਦੇ ਲਈ ਵੀ ਉਹ ਭਲਾ ਆ। God delights in those who seek him. ਤੇ ਉਹ ਕਿਉਂ ਉਹਨਾਂ ਦੇ ਨਾਲ ਆਉਂਦੇ ਜੋ ਉਹਦੀ ਖੋਜ ਕਰਦੇ ਆ। And he'll do good to those people who seek him. ਤੇ ਜੋ ਉਹਦੀ ਖੋਜ ਕਰਦੇ ਉਹਨਾਂ ਦੇ ਨਾਲ ਉਹ ਭਲਾਈ ਕਰਦਾ ਹੈ। So it is important how we approach God. ਤੇ ਆ ਬਹੁਤ ਮਾਇਨੇ ਰੱਖਦਾ ਕਿ ਆਪਾਂ ਉਹਦੇ ਕੋਲ ਪਹੁੰਚ ਕਿਸ ਤਰੀਕੇ ਦੇ ਨਾਲ ਕਰਦੇ ਹਾਂ, ਕਿਆ ਅਪਰੋਚ ਰੱਖਦੇ ਹਾਂ। And approaching God, we will receive that it includes many aspects when we approach God. ਤੇ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਕਿਆ ਹਿੱਸੇ ਆ ਜਾਂਦੇ ਜਦੋਂ ਜੇ ਆਪਾਂ ਇਸ ਚੀਜ਼ ਦੇ ਉੱਪਰ ਆਪਾਂ ਧਿਆਨ ਲਗਾਈਏ ਕਿ ਖੁਦਾ ਦੇ ਕੋਲ ਜਾਣਾ ਕਿੱਦਾਂ, ਉਹਨੂੰ ਅਪਰੋਚ ਕਿੱਦਾਂ ਕਰਨਾ। And I'm going to go through some of those aspects quickly. ਤੇ ਮੈਂ ਜਲਦੀ ਥੋੜੇ ਹੋਰ ਵੀ ਉਸ ਏਰੀਆਜ਼ ਨੂੰ ਮੈਂ ਟੱਚ ਕਰਨਾ ਚਾਹੂੰਗਾ। Firstly, ਸਭ ਤੋਂ ਪਹਿਲਾਂ is your faith and trust. ਸਭ ਤੋਂ ਪਹਿਲਾਂ ਕਿ ਤੁਹਾਡਾ ਵਿਸ਼ਵਾਸ ਤੇ ਤੁਹਾਡੇ ਜੋ ਕਹਿ ਲਓ ਕਿ ਇੱਕ ਈਮਾਨ। When you approach God, are you approaching him knowing that he really hears you and he really fulfills his promises for you? ਕਿ ਜਦੋਂ ਆਪਾਂ ਖੁਦਾ ਦੇ ਸਾਹਮਣੇ ਜਾਂਦੇ ਆ ਕਿ ਤੁਸੀਂ ਸੱਚਮੁੱਚ ਇਸ ਵਿਸ਼ਵਾਸ ਕਰਕੇ ਜਾਂਦੇ ਹੋ ਕਿ ਉਹ ਹੈ ਤੇ ਉਹ ਤੁਹਾਡੀ ਸੁਣਦਾ ਹੈ। Especially when you're going through a time when you haven't seen the result. ਖਾਸ ਕਰਕੇ ਉਸ ਸਮੇਂ ਦੇ ਵਿੱਚ ਜਦੋਂ ਆਪਾਂ ਕੁਝ ਪ੍ਰਾਰਥਨਾਵਾਂ ਕੀਤੀਆਂ ਹੋਣ ਪਰ ਕੁਝ ਰਿਜ਼ਲਟਸ ਨਾ ਦੇਖੇ ਹੋਣ। Or when you're still going through a time of hardship or struggle. ਜਾਂ ਫਿਰ ਕੁਝ ਐਸੀ ਹਾਲੇ ਮੁਸੀਬਤਾਂ ਤੇ ਦਿੱਕਤਾਂ ਦੇ ਵਿੱਚੋਂ ਵੀ ਹਾਲੇ ਆਪਾਂ ਅੱਗੇ ਜਾ ਰਹੇ ਹੋਈਏ। Is that moment that the question comes, do you still believe that God is hearing you? ਤੇ ਉਸ ਮੋਮੈਂਟ ਤੇ ਉਸ ਮੌਕੇ ਤੇ ਕਿਆ ਇਹ ਸਵਾਲ ਆ ਜਾਂਦਾ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਜਿਹਦੇ ਕੋਲ ਤੁਸੀਂ ਜਾਣ ਜਾ ਰਹੇ ਹੋ? Because when good times are coming for you, it's easy to believe God is hearing you, right? ਕਿਉਂਕਿ ਜਦੋਂ ਆਪਾਂ ਭਲੇ ਸਮੇਂ ਦੇ ਵਿੱਚ ਅੱਛੇ ਸਮੇਂ ਦੇ ਵਿੱਚ ਹੁੰਦੇ ਆ ਆਪਣੇ ਲਈ ਕੀ ਹੁੰਦਾ ਆਸਾਨ ਹੋ ਜਾਂਦਾ ਹੈ ਖੁਦਾ ਦੇ ਉੱਪਰ ਵਿਸ਼ਵਾਸ ਕਰਨਾ। But the question is when you're going through a difficult time. ਪਰ ਸਵਾਲ ਕੀ ਹੈ ਕਿ ਜਦੋਂ ਮੁਸੀਬਤ ਦਾ ਸਮੇਂ ਹੋਏਗਾ ਉਦੋਂ ਆਪਾਂ ਵਿਸ਼ਵਾਸ ਦੇ ਨਾਲ ਜਾਂਦੇ ਹਾਂ। Going back to that verse. ਤੇ ਮੈਂ ਉਸ ਵਰਸ ਦੇ ਉੱਪਰ ਜਾਣਾ ਚਾਹੂੰਗਾ। God is good to those who wait for him. ਉੱਥੇ ਲਿਖਿਆ ਕਿ ਜੋ ਉਹਦੀ ਇੰਤਜ਼ਾਰੀ ਦੇ ਵਿੱਚ ਰਹਿੰਦੇ ਆ ਯਹੋਵਾ ਉਹਨਾਂ ਦੇ ਲਈ ਭਲਾ ਹੈ। I highlight the word wait. ਤੇ ਮੈਂ ਉੱਥੇ ਉਹਦੇ ਤੇ ਇੱਕ ਪ੍ਰਕਾਸ਼ ਉਸ ਚੀਜ਼ ਦੇ ਉੱਪਰ ਜ਼ੋਰ ਪਾਣਾ ਚਾਹੂੰਗਾ ਜਿੱਥੇ ਲਿਖਿਆ ਕਿ ਜੋ ਇੰਤਜ਼ਾਰੀ ਦੇ ਵਿੱਚ ਰਹਿੰਦੇ ਆ। It sounds easy thing to do, but when you're in the moment, and maybe some of you now today might be going through a difficult moment. ਜਦੋਂ ਇਹ ਸੁਣਨ 'ਚ ਤਾਂ ਬਹੁਤ ਆਸਾਨ ਲੱਗਦਾ ਕਿ ਇੰਤਜ਼ਾਰੀ ਦੇ ਵਿੱਚ ਆ ਤੇ ਯਹੋਵਾ ਭਲਾ ਹੋਏਗਾ, ਪਰ ਜਦੋਂ ਆਪਾਂ ਖਾਸ ਕਰਕੇ ਐਸੇ ਮੌਕਿਆਂ ਦੇ ਵਿੱਚ ਐਸੇ ਸਮਿਆਂ ਦੇ ਵਿੱਚੋਂ ਗੁਜ਼ਰਦੇ ਹਾਂ ਜੋ ਮੁਸ਼ਕਿਲ ਹੋਣ ਉਦੋਂ ਇਸ ਚੀਜ਼ ਨੂੰ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। And if you're going through that moment, because we are all human, we might start going to things that we think we can deal with the situation on our own. ਤੇ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਐਸੇ ਮੌਕਿਆਂ ਦੇ ਵਿੱਚ ਫਸ ਜਾਂਦੇ ਆ ਤੇ ਆਪਾਂ ਸਾਰੇ ਇੱਕ ਮਨੁੱਖ ਜਾਂਦੇ ਆ ਨਾ ਆਪਣਾ ਸੁਭਾਅ ਐਸਾ ਹੈ ਕਿ ਆਪਾਂ ਦੀਵਾਡੋਰ ਹੋ ਜਾਂਦੇ ਆ, ਥੋੜਾ ਆਪਾਂ ਪਿੱਛੇ ਹਟਣ ਲੱਗ ਜਾਂਦੇ ਉਸ ਸਮੇਂ। Second one I want to say is God wants you to surrender. ਤੇ ਦੂਸਰਾ ਜੋ ਮੈਂ ਕਹਿਣਾ ਚਾਹਨਾ ਵਿਸ਼ਵਾਸ ਤੇ ਆਸਥਾ ਤੋਂ ਬਾਅਦ ਦੂਸਰਾ ਕਹਿਣਾ ਚਾਹਨਾ ਕਿ ਆਪਣੇ ਪੂਰਾ ਤਰ੍ਹਾਂ ਆਪਣਾ ਸਮਰਪਣ ਕਰ ਦੇਣਾ। Surrendering is releasing your own time and plan and allowing God and to trust God that his perfect will prevail. ਤੇ ਸਮਰਪਣ ਕਿਆ ਦਰਸਾਉਂਦਾ? ਸਮਰਪਣ ਇੱਕ ਉਹ ਚੀਜ਼ ਹੈ ਜੋ ਕਿ ਤੁਹਾਡੀ ਪੂਰੀ ਮਰਜ਼ੀ, ਤੁਹਾਡੀ ਇੱਛਾਵਾਂ, ਤੁਹਾਡੇ ਪਲਾਨਸ, ਸਭ ਕੁਝ, ਤੁਹਾਡੇ ਡਿਜ਼ਾਇਰਸ ਵੀ, ਤੁਹਾਡੀਆਂ ਇੱਛਾਵਾਂ ਵੀ ਪੂਰੀ ਤਰ੍ਹਾਂ ਖੋਲ ਕੇ ਪ੍ਰਭੂ ਦੇ ਸਾਹਮਣੇ ਰੱਖ ਦੇਣਾ। Amen. Thirdly, ਤੇ ਤੀਸਰੇ ਤੇ we mentioned the word wait. ਤੇ ਆਪਾਂ ਉਸ ਸ਼ਬਦ ਦੇ ਬਾਰੇ ਗੱਲ ਕੀਤੀ ਸੀ ਕਿ ਇੰਤਜ਼ਾਰੀ ਜੋ ਸ਼ਬਦ ਹੈ। So I like to name it hopeful waiting. ਜੀ ਜਿਹੜਾ ਕਿ ਦਰਸਾਉਂਦਾ ਹੈ ਕਿ ਸਿਰਫ ਇੰਤਜ਼ਾਰੀ ਨਹੀਂ, ਕਿ ਉਦਾਸ ਮਨ ਦੇ ਨਾਲ ਇੰਤਜ਼ਾਰੀ ਨਹੀਂ, ਉਹ ਕਹਿੰਦਾ ਆਸ਼ਾਵਾਦੀ ਹੋ ਕੇ, ਪੈਸ਼ਨੇਟ ਹੋ ਕੇ ਇੰਤਜ਼ਾਰੀ ਕਰਨਾ। This means you're anticipating good things from God. ਤੇ ਉਹ ਐਸੀ ਹੋਪਫੁਲ ਆਸ਼ਾ ਜਿਹਦੇ ਵਿੱਚ ਵਿਸ਼ਵਾਸ ਹੋਏਗਾ, ਜਿਹਦੇ ਵਿੱਚ ਆਸ਼ਾ ਹੋਏਗੀ ਕਿ ਕੁਝ ਭਲਾਈ ਮੇਰੇ ਲਈ ਆਉਣ ਜਾ ਰਹੀ ਹੈ। You're hoping, you're not doubting. ਤੇ ਐਸੇ ਕਿ ਆਸ਼ਾ ਰੱਖਣਾ ਹੈ, ਡਾਊਟ ਨਹੀਂ, ਮਤਲਬ ਡਾਊਟਸ ਕੇ ਵਹਿਮ ਨਹੀਂ ਆਪਣੇ ਅੰਦਰ ਰੱਖਣਾ ਕਿ ਹੋਏਗਾ ਜਾਂ ਨਹੀਂ। Amen. We need to wait on hope and not on doubt. ਤੇ ਡਾਊਟ ਦੀ ਗੱਲ ਨਹੀਂ ਹੋ ਰਹੀ ਇੱਥੇ ਕਿ ਇੰਤਜ਼ਾਰੀ ਡਾਊਟ ਦੇ ਨਾਲ ਨਹੀਂ ਕਰਨੀ ਹੈ, ਪਰ ਇੰਤਜ਼ਾਰੀ ਕਰਨੇ ਆਸ਼ਾਵਾਦੀ ਹੋ ਕੇ। Number 4. ਤੇ ਚੌਥੀ ਚੀਜ਼ Active seeking. ਤੇ ਆਪਾਂ ਨੂੰ ਕਿਹਾ ਉਹਦੀ ਖੋਜ ਕਰਦੇ ਰਹਿਣਾ, ਲਗਾਤਾਰ ਖੋਜ ਕਰਦੇ ਰਹਿਣਾ। When we wait on God,
ਜਦੋਂ ਆਪਾਂ ਪਰਮੇਸ਼ਰ ਦਾ ਇੰਤਜ਼ਾਰੀ ਦੇ ਵਿੱਚ ਹੁੰਦੇ ਆ we need to actively engage in prayer. ਤੇ ਆਪਾਂ ਨੂੰ ਕਿਹਾ ਕਿ ਪ੍ਰਾਰਥਨਾਵਾਂ ਵੀ ਐਕਟਿਵਲੀ ਕਿਵੇਂ ਨਹੀਂ ਕਿ ਕਦੇ ਕਰ ਲਈ ਕਦੇ ਨਹੀਂ ਪਰ ਇੱਕ ਪ੍ਰਾਰਥਨਾ ਦੀ ਲੋੜ ਹੈ Actively read the word of God ਤੇ ਐਕਟਿਵਲੀ ਉਸੇ ਸਤਰਕਤਾ ਦੇ ਨਾਲ ਆਪਾਂ ਨੂੰ ਵਚਨ ਪੜ੍ਹਨਾ ਵੀ ਜ਼ਰੂਰੀ ਹੈ and worshiping Him. ਤੇ ਉਹਦੀ ਆਰਾਧਨਾ ਤੇ ਪ੍ਰਸਤਿਸ਼ ਕਰਨੀ God loves someone who is active for Him. ਤੇ ਪਰਮੇਸ਼ਰ ਖੁਦਾ ਐਸੇ ਲੋਕਾਂ ਨੂੰ ਪਿਆਰ ਕਰਦਾ ਜੋ ਉਹਦੇ ਲਈ ਉਤਸ਼ਾਹ ਰੱਖਦੇ ਹੋਣ ਜੋ ਉਹਦੇ ਲਈ ਐਕਟਿਵ ਹੋਣ Just like any of you here in a relationship with someone, ਤੇ ਜਿਵੇਂ ਕਿ ਮੰਨ ਲਓ ਇੱਥੇ ਤੁਹਾਡੇ ਵਿੱਚੋਂ ਕੋਈ ਵੀ ਕਿਸੇ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ it's two ways. ਤੇ ਉਹ ਕਿ ਦੋ ਤਰਫਾ ਹੋਏਗਾ It's not just one way. ਉਹ ਇੱਕ ਤਰਫਾ ਨਹੀਂ ਹੋਏਗਾ If God is going to do good to you, ਤੇ ਮੰਨ ਲਓ ਕਿ ਪਰਮੇਸ਼ਰ ਵੀ ਇਦਾਂ ਹੀ ਤੁਹਾਡੇ ਨਾਲ ਕਰਨ ਜਾ ਰਿਹਾ you ਹੈ have to at least give Him your time and adoration to Him. ਤੇ ਫਿਰ ਤੁਹਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਤੁਸੀਂ ਵੀ ਉਹਨੂੰ ਐਲੀਵੇਟ ਕਰੋ ਉਹਨੂੰ ਉੱਪਰ ਚੱਕੋ ਦੀ ਪ੍ਰਸਤਿਸ਼ ਕਰੋ ਦੋ ਤਰਫਾ ਹੋਣਾ ਚਾਹੀਦਾ ਹੈ Amen. At the end of the day, God deserves it. Amen. ਤੇ ਕੁੱਲ ਮਿਲਾ ਕੇ ਜਦੋਂ ਆਪਾਂ ਆਖਿਰ ਦੇ ਵਿੱਚ ਗੱਲ ਕਰੀਏ ਤੇ ਖੁਦਾ ਡਿਜ਼ਰਵ ਕਰਦਾ ਹੈ How much has He given you in the first place? ਤੇ ਉਹ ਡਿਜ਼ਰਵ ਕਰਦਾ ਕਿ ਆਪਾਂ ਨੂੰ ਪਹਿਲਾ ਸਥਾਨ ਦਈਏ ਪ੍ਰਸਤਿਸ਼ ਕਰੀਏ So I'm going to go through two more aspects of being expectant and to be receptive to God. ਤੇ ਆਪਾਂ ਦੋ ਹੋਰ ਪਹਿਲੂ ਦੇਖਾਂਗੇ ਕਿ ਪਰਮੇਸ਼ਰ ਦੇ ਨਾਲ ਵਿਸ਼ਵਾਸ ਦੇ ਵਿੱਚ ਰਹਿਣਾ ਤੇ ਉਹਨੂੰ ਰਿਸੀਵ ਕਰਨ ਦੇ ਲਈ ਤਿਆਰ ਰਹਿਣਾ One is being ready to obey God. ਤੇ ਪਹਿਲਾ ਹੈ ਕਿ ਹਮੇਸ਼ਾ ਤਿਆਰ ਰਹਿਣਾ ਉਹਦੀ ਆਗਿਆਕਾਰੀ ਦੇ ਲਈ ਪਰਮੇਸ਼ਰ ਦੀ We need to keep our spiritual hands open. ਤੇ ਆਪਾਂ ਨੂੰ ਕਿਹਾ ਉਹਦੇ ਲਈ ਜ਼ਰੂਰਤ ਹੈ ਕਿ ਆਪਾਂ ਆਪਣੀ ਆਤਮਿਕ ਅੱਖਾਂ ਖੁੱਲੀ ਰੱਖੀਏ Your heart needs to be prepared to receive. ਤੇ ਤੁਹਾਡਾ ਦਿਲ ਵੀ ਕਿਹਾ ਤੁਹਾਡਾ ਹਿਰਦੇ ਤਿਆਰ ਹੋਣਾ ਚਾਹੀਦਾ ਉਸ ਚੀਜ਼ ਨੂੰ ਰਿਸੀਵ ਕਰਨ ਦੇ ਲਈ And whatever direction God gives, you go for it. ਤੇ ਕੋਈ ਵੀ ਖੁਦਾ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਕਹੇ ਉਹਦੇ ਵਿੱਚ ਚੱਲ ਪੈਣਾ ਹੈ Sometimes we as humans are prideful. We don't like to surrender the will that God wants for us and we want to do our own way. ਤੇ ਕਈ ਵਾਰੀ ਕਿਹਾ ਕਿ ਕੁਝ ਲੋਕੀ ਕਈ ਦਫਾ ਉਹ ਸਰੈਂਡਰ ਨਹੀਂ ਕਰਨਾ ਚਾਹੁੰਦੇ ਉਹ ਚਾਹੁੰਦੇ ਕਿ ਮੇਰੇ ਤਰੀਕੇ ਦੇ ਨਾਲ ਖੁਦਾ ਮੈਨੂੰ ਕੰਮ ਕਰਾਏ But to be submissive is also to understand and surrender God. और समर्पित हो जाना कैसा है सबमिसिव हो जाना अधीनगी ਦੇ ਵਿੱਚ ਆ ਜਾਣਾ ਉਹ ਇੱਕ ਐਸੀ ਹੀ ਚੀਜ਼ ਹੈ After all, God knows best. He knows everything and we don't know hardly a percentage of what He knows. ਕਿਉਂਕਿ ਕਿ ਖੁਦਾ ਆਪਣੇ ਤੋਂ ਬਿਹਤਰ ਜਾਣਦਾ ਹੈ ਆਪਣੇ ਲਈ ਆਪਣੀ ਸਾਰੀ ਯੁਕਤੀਆਂ ਤੋਂ ਉਹਦੀ ਯੁਕਤੀ ਜ਼ਿਆਦਾ ਕਾਰੀਗਰ ਹੈ And another last point I want to say ਤੇ ਇੱਕ ਆਖਰੀ ਜੋ ਪੁਆਇੰਟ ਮੈਂ ਕਹਿਣਾ ਚਾਹੂੰਗਾ is the focus on God. Focus on God. Yeah. ਤੇ ਪਰਮੇਸ਼ਰ ਦੀ ਬੁਲਾਹਟ ਦੇ ਉੱਪਰ ਧਿਆਨ ਲਗਾ ਕੇ ਰੱਖਣਾ You got to keep your eyes fixed on Him. ਤੇ ਆਪਾਂ ਨੂੰ ਜ਼ਰੂਰੀ ਹੈ ਕਿ ਆਪਣੀ ਅੱਖਾਂ ਉਹਦੇ ਉੱਪਰ ਫਿਕਸ ਕਰਕੇ ਰੱਖਣੀਆਂ Don't look at the circumstance in the situation. ਤੇ ਆਲੇ ਦੁਆਲੇ ਨਹੀਂ ਦੇਖਣਾ ਕਿ ਕੀ ਹੋ ਰਿਹਾ ਕੀ ਮੁਸੀਬਤਾਂ ਚੱਲ ਰਹੀਆਂ ਕੀ ਸਰਕਮਸਟੈਂਸਸ ਹੈ You need to rise above it. ਤੇ ਉਸ ਤੋਂ ਉੱਤੇ ਆਪਾਂ ਨੂੰ ਨਜ਼ਰ ਲਗਾ ਕੇ ਰੱਖਣੀ ਹੈ We as humans see the level on the ground. We see this level, but God sees this level, looking down on the situation. ਤੇ ਆਪਾਂ ਕਿਹਾ ਕਈ ਦਫਾ ਮਨੁੱਖ ਹੋਣ ਦੇ ਅਕੋਰਡਿੰਗ ਆਪਾਂ ਆਪਣੇ ਲੈਵਲਸ ਦੇ ਅਕੋਰਡਿੰਗ ਚੀਜ਼ਾਂ ਦੇਖਦੇ ਹਾਂ ਪਰ ਜੇ ਆਪਾਂ ਪਰਮੇਸ਼ਰ ਦੇ ਅਨੁਸਾਰ ਜੇ ਆਪਾਂ ਧਿਆਨ ਰੱਖੀਏ ਤਾਂ ਆਪਾਂ ਨੂੰ ਉੱਚਾ ਦੇਖਣਾ ਹੈ Amen. What I've just said may sound easy to do with your relationship, but when you're here in a circumstance or situation, sometimes we actually don't carry out these necessities in our relationship with God. ਤੇ ਜਦੋਂ ਹੁਣ ਮੈਂ ਜੋ ਵੀ ਸਾਂਝਾ ਕੀਤਾ ਹੋ ਸਕਦਾ ਹੈ ਸੁਣਨ ਦੇ ਵਿੱਚ ਤਾਂ ਬਹੁਤ ਆਸਾਨ ਜਿਹਾ ਲੱਗ ਰਿਹਾ ਹੋਵੇ ਪਰ ਕਈ ਦਫਾ ਐਸਾ ਹੁੰਦਾ ਹੈ ਕਿ ਬਹੁਤ ਜ਼ਰੂਰਤਾਂ ਜਦੋਂ ਆ ਜਾਂਦੀਆਂ ਜਾਂ ਫਿਰ ਸਰਕਮਸਟੈਂਸਸ ਐਸੇ ਹੋ ਜਾਂਦੇ ਤਾਂ ਉਸ ਚੀਜ਼ ਦੇ ਉੱਪਰ ਉਹਨੂੰ ਯਾਦ ਰੱਖਣਾ ਜ਼ਰੂਰੀ ਹੈ ਉਹਦੇ ਉੱਪਰ ਕੰਮ ਕਰਨਾ ਜ਼ਰੂਰੀ ਹੈ And I'm going to share one more Bible verse to link with this. ਤੇ ਮੈਂ ਇੱਕ ਬਾਈਬਲ ਦੇ ਵਿੱਚੋਂ ਇੱਕ ਵਰਸ ਤੁਹਾਨੂੰ ਸ਼ੇਅਰ ਕਰਾਂਗਾ ਜੋ ਇਹਦੇ ਨਾਲ ਤਾਲੁਕਾਤ ਰੱਖਦਾ ਹੈ It's in Isaiah 30 verse 18. ਤੇ Isaiah 30 Isaiah 30. Yeah, verse 18. ਤੇ ਆਪਾਂ ਇੱਕ ਵਰਸ ਹੋਰ ਦੇਖਾਂਗੇ यशायाह 30 ਦਾ 18 तो भी यहोवा इसीलिए विलंब करता है कि तुम पर अनुग्रह करे और इसीलिए ऊंचा उठेगा कि तुम पर दया करे क्योंकि यहोवा न्यायी परमेश्वर है क्या ही धन्य है वे जो उस पर आशा लगाए रहते हैं Amen. Amen. So as you can see,
this verse in my translation is saying, therefore the Lord earnestly waits and expecting, looking and longing to be gracious to you and me. ਤੇ ਆਪਾਂ ਜੇ ਪਹਿਲਾ ਵੀ ਵਰਸ ਦੇਖਿਆ ਤੇ ਇਹਦੇ ਵਿੱਚ ਵੀ ਉਹੀ ਸੇਮ ਚੀਜ਼ ਦੇਖੀ ਕਿ ਪਰਮੇਸ਼ਰ ਜੋ ਉਹਦੇ ਉੱਪਰ ਟਕਟਕੀ ਲਗਾ ਕੇ ਰਹਿੰਦੇ ਆ, ਜੋ ਉਹਦੀ ਇੰਤਜ਼ਾਰੀ ਦੇ ਵਿੱਚ ਰਹਿੰਦੇ ਆ ਨਾ, ਉਹਨਾਂ ਦੇ ਲਈ ਉਹ ਭਲਾਈ ਹੀ ਪ੍ਰਗਟ ਕਰਦਾ ਹੈ। God's desire is to show loving kindness to you and to me. ਤੇ ਐਸਾ ਕਰਨਾ ਉਹਦੀ ਸਵੈ ਇੱਛਾ ਹੈ। ਪਰਮੇਸ਼ਰ ਆਪਣੀ ਇੱਛਾ ਦੇ ਨਾਲ ਆਪਣੀ ਭਲਾਈ ਤੁਹਾਡੇ ਤੇ ਪ੍ਰਗਟ ਕਰਨਾ ਚਾਹੁੰਦੇ ਹੈ। He is longing for you. ਤੇ ਉਹਦੇ ਲਈ ਕਿ ਲੌਂਗਿੰਗ ਕਰਦਾ ਹੈ, ਮਤਲਬ ਉਹਦੀ ਇੱਕ ਇੱਛਾ ਰੱਖਦਾ ਹੈ ਬਹੁਤ ਗਹਿਰਾਈ ਦੇ ਨਾਲ ਪਰਮੇਸ਼ਰ ਆਪਣੀ ਭਲਾਈ ਲਈ। So we need to look and long for Him as well. ਤੇ ਐਸਾ ਹੀ ਆਪਾਂ ਨੂੰ ਵੀ ਜਿਵੇਂ ਆਪਾਂ ਦੋ ਤਰਫੇ ਰਿਸ਼ਤੇ ਦੀ ਗੱਲ ਕੀਤੀ ਸੀ ਕਿ ਤੇ ਵੈਸੇ ਹੀ ਇੱਛਾ ਆਪਾਂ ਨੂੰ ਵੀ ਰੱਖਣੀ ਹੈ ਕਿ ਭਲਾਈ ਆਪਾਂ ਵੀ ਕਰ ਸਕੀਏ, ਪਰਮੇਸ਼ਰ ਨੂੰ ਪ੍ਰਸਤਿਸ਼ ਦੇ ਸਕੀਏ। God wants to be good to you, but you have to be expecting Him to move in your life. ਪਰਮੇਸ਼ਰ ਆਪਣੀ ਭਲਾਈ ਤੁਹਾਡੇ ਤੇ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਇਹ ਜ਼ਰੂਰੀ ਹੈ ਕਿ ਤੁਸੀਂ ਵੀ ਉਹਦੇ ਤੇ ਆਸ਼ਾ ਰੱਖੋ ਔਰ ਇਹ ਵਿਸ਼ਵਾਸ ਰੱਖੋ ਕਿ ਸੱਚਮੁੱਚ ਉਹ ਭਲਾਈ ਕਰੇਗਾ ਤੁਹਾਡੀ ਲਾਈਫ ਦੇ ਵਿੱਚ। So as we step into 2026, ਤੇ ਜਿਵੇਂ ਆਪਾਂ ਪੈਰ ਕਦਮ ਰੱਖ ਰਹੇ ਹਾਂ 2026 ਦੇ ਵਿੱਚ ਰੱਖ ਲਿਆ ਹੈ। Happy New Year, everyone. ਹੈਪੀ ਨਿਊ ਇਅਰ, ਹੈਪੀ ਨਿਊ ਇਅਰ, ਹੈਪੀ ਨਿਊ ਇਅਰ, ਜੋਨੀ ਬੋਲੇ ਹੈਪੀ ਨਿਊ ਇਅਰ, ਵੀ ਬੋਲੇ ਹੈਪੀ ਨਿਊ ਇਅਰ, ਭਾਜੀ ਵੀ ਬੋਲੇ ਹੈਪੀ ਨਿਊ ਇਅਰ, ਮੇਰੇ ਬੋਲੋ ਹੈਪੀ ਨਿਊ ਇਅਰ, ਜੀਬੜੀ ਘੱਟਦੀ ਹੈਪੀ ਨਿਊ ਇਅਰ, ਅੱਲੇ ਨਹੀਂ ਲੱਗਦਾ ਹੈਪੀ ਨਿਊ ਇਅਰ, ਜੀ ਬੋਲੋ ਹੈਪੀ ਨਿਊ ਇਅਰ, ਉਹ ਵੀ ਖੋਲੋ ਹੈਪੀ ਨਿਊ ਇਅਰ, ਤਾੜੀ ਵਜਾਓ ਹੈਪੀ ਨਿਊ ਇਅਰ। Happy New Year! Oh, praise the Lord, Happy New Year. Happy New Year!